प्यारे बच्चों ਅੱਜ ਅਸੀਂ ਬੇਟਾ ਕਰਾਂਗੇ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਤੁਸੀਂ ਯੂਨੀਵਰਸਲ ਗ੍ਰੈਵਿਟੇਸ਼ਨਲ ਕਨਸਟੈਂਟ ਬਾਰੇ ਸਾਰਾ ਕੁਝ ਪੜ੍ਹ ਲਿਆ ਹੈ ਨਾ ਬੇਟਾ। ਹੁਣ ਅਸੀਂ ਕਰਾਂਗੇ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ, ਜਿਹਨੂੰ ਤੁਸੀਂ ਸਮਾਲ ਜੀ ਦੇ ਨਾਲ ਨੋਟ ਕਰ ਦਿਓ, ਠੀਕ ਹੈ। ਸਭ ਤੋਂ ਪਹਿਲਾਂ ਬੇਟਾ ਜਦੋਂ ਵੀ ਕੋਈ ਬੋਡੀ ਆਪਣੇ ਦਿਮਾਗ 'ਚੋਂ ਕਨਸੈਪਟ ਲੈ ਕੇ ਆਓ ਕਿ ਜਦੋਂ ਕੋਈ ਬੋਡੀ ਨੀਚੇ ਗਿਰਦੀ ਹੈ ਨਾ, ਤਾਂ ਉਹ ਐਕਸਲਰੇਟ ਹੁੰਦੀ ਹੈ। ਕਿਹਦੇ ਕਰਕੇ ਹੁੰਦੀ ਹੈ ਬੇਟੇ? ਗ੍ਰੈਵਿਟੀ ਕਰਕੇ, ਹੈ ਨਾ ਰਾਜੇ। ਸੋ ਇਹਦਾ ਮਤਲਬ ਕਿ ਉਹਦੀ ਵੈਲੋਸਿਟੀ ਦੇ ਵਿੱਚ ਚੇਂਜ ਆਉਂਦੀ ਹੈ। ਇਟ ਮੀਨਸ ਐਕਸਲਰੇਸ਼ਨ ਪ੍ਰੋਡਿਊਸ ਹੁੰਦੀ ਹੈ ਨਾ। ਉਹ ਜਿਹੜੀ ਐਕਸਲਰੇਸ਼ਨ ਜਿਹੜੀ ਗ੍ਰੈਵਿਟੀ ਕਰਕੇ, ਅਰਥ ਦੀ ਪੁੱਲ ਕਰਕੇ ਪ੍ਰੋਡਿਊਸ ਹੋ ਰਹੀ ਹੈ, ਦੈਟ ਇਜ਼ ਨੋਨ ਐਜ਼ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਸਾਰੇ ਮੇਰੇ ਬੱਚੇ ਲਿਖੋ ਕਾਪੀਜ਼ ਦੇ ਉੱਤੇ। ਵੈਨ ਅ ਬੋਡੀ ਇਜ਼ ਫਾਲਿੰਗ freely under the effect of gravity, then it gets accelerated due to gravity. The acceleration due to pull of earth is called acceleration due to gravity. Okay, clear है सारिਆਂ ਨੂੰ? अर्थ ਦੀ pull ਕਰਕੇ ਜਿਹੜੀ acceleration ਆਏਗੀ, that is acceleration due to gravity and it is denoted by small g. Okay ਬੇਟਾ, ਹੁਣ ਦੇਖੋ small g ਲਈ ਆਪਾਂ ਰਿਲੇਸ਼ਨ ਜੇ ਡਿਰਾਈਵ ਕਰਨਾ ਹੈ ਤਾਂ ਤੁਹਾਨੂੰ ਪਤਾ ਹੈ ਜਦੋਂ ਬੋਡੀ ਫਾਲ ਕਰੇਗੀ, ਜੇ ਅਸੀਂ ਉਹਦਾ ਮਾਸ m ਸਪੋਜ਼ ਕਰ ਲਈਏ, ਠੀਕ ਹੈ, ਤਾਂ ਨਿਊਟਨ ਦਾ ਸੈਕਿੰਡ ਲਾਅ ਕੀ ਕਹਿੰਦਾ ਹੈ ਕਿ ਫੋਰਸ ਜਿਹੜੀ ਲੱਗਦੀ ਹੈ ਉਹਦੇ ਉੱਤੇ ਮਾਸ ਇਨਟੂ ਐਕਸਲਰੇਸ਼ਨ ਹੁੰਦੀ ਹੈ। ਐਕਸਲਰੇਸ਼ਨ ਅਸੀਂ ਕਹਿ ਦਿੱਤਾ ਕਿ g ਦੇ ਬਰਾਬਰ ਹੈ, ਇਹਦਾ ਮਤਲਬ f ਇਜ਼ ਇਕੁਅਲ ਟੂ m ਇਨਟੂ g ਆ ਜਾਏਗਾ। ਕਲੀਅਰ ਹੈ ਬੇਟਾ। ਹੁਣ ਜੇ ਤੁਸੀਂ m ਨੂੰ 1 ਯੂਨਿਟ ਰੱਖ ਲਓ, 1 ਕਿਲੋਗ੍ਰਾਮ ਜੇ ਆਪਾਂ ਰੱਖ ਲਈਏ SI ਦੇ ਵਿੱਚ, ਤਾਂ f ਕਦੇ ਬਰਾਬਰ ਆ ਜਾਏਗਾ? g ਦੇ ਬਰਾਬਰ। ਜਿੱਦਾਂ ਤੁਸੀਂ ਕੈਪੀਟਲ G ਨੂੰ ਡਿਫਾਈਨ ਕੀਤਾ ਸੀ, ਇਸੇ ਤਰ੍ਹਾਂ ਅਸੀਂ ਸਮਾਲ g ਨੂੰ ਵੀ ਡਿਫਾਈਨ ਕਰ ਸਕਦੇ ਹਾਂ ਬੇਟਾ। ਸੋ ਸਮਾਲ g ਦੀ ਡੈਫੀਨੇਸ਼ਨ ਕਿਆ ਬਣੇਗੀ? ਇਟ ਇਜ਼ numerically equal to force of gravitation on unit mass, ठीक है, force of gravitation on unit mass. Okay राजे, it is acceleration due to gravity. ਨੈਕਸਟ ਬੇਟਾ ਹੁਣ ਇਹਦੇ ਯੂਨਿਟ ਕਰਾਂਗੇ। ਵੈਸੇ ਤਾਂ ਮੇਰੇ ਸਾਰੇ ਬੱਚਿਆਂ ਨੂੰ ਪਤਾ ਹੈ ਕਿ ਯੂਨਿਟਸ ਜਿਹੜੇ ਐਕਸਲਰੇਸ਼ਨ ਦੇ ਹੁੰਦੇ ਆ ਮੀਟਰ ਪਰ ਸੈਕਿੰਡ ਸਕੁਅਰ ਹੁੰਦੇ ਆ, ਪਤਾ ਹੈ ਨਾ ਬੇਟਾ। ਲੇਕਿਨ ਇੱਥੇ ਇੱਕ ਮਤਲਬ ਜਦੋਂ ਤੁਸੀਂ ਕਰੋਗੇ ਨਾ ਆਬਜੈਕਟਿਵ ਕੁਐਸਚਨ, ਤੁਸੀਂ ਦੇਖਿਆ ਵੀ ਹੋਣਾ ਕਿੱਦਾਂ ਦੇ ਕੁਐਸਚਨ ਆਉਂਦੇ ਆ, ਉਹ ਜਾਣ ਕੇ ਭੁਲੇਖਾ ਪਾਉਣ ਲਈ ਕਿਸੇ ਰਿਲੇਸ਼ਨ ਦੇ ਵਿੱਚੋਂ ਵੀ ਯੂਨਿਟ ਚੱਕੇ ਜਾ ਸਕਦੇ ਆ। ਸੋ ਅਸੀਂ ਰਿਲੇਸ਼ਨ ਵਾਲੇ ਯੂਨਿਟ ਦੀ ਪਹਿਲਾਂ ਗੱਲ ਕਰੀਏ ਤਾਂ g ਇਜ਼ ਇਕੁਅਲ ਟੂ f ਅਪੋਨ m ਬਣੇਗਾ, ਹੈ ਨਾ ਬੇਟਾ। ਅਸੀਂ f ਇਜ਼ ਇਕੁਅਲ ਟੂ mg ਲਿਖਿਆ ਨਾ, ਸੋ g ਇਜ਼ ਇਕੁਅਲ ਟੂ f ਅਪੋਨ m ਆ ਗਿਆ। f ਦੇ ਯੂਨਿਟ ਹੋਣਗੇ ਨਿਊਟਨ ਤੇ ਮਾਸ ਦੇ ਕੀ ਹੋਣਗੇ? ਕਿਲੋਗ੍ਰਾਮ। ਇਹਦਾ ਮਤਲਬ ਨਿਊਟਨ ਪਰ ਕਿਲੋਗ੍ਰਾਮ ਹੋ ਸਕਦੇ ਹੈ ਨਾ ਬੇਟਾ। ਔਰ ਵੀ ਨੋ ਦੈਟ ਐਕਸਲਰੇਸ਼ਨ ਹੈਜ਼ ਯੂਨਿਟਸ m ਮੀਟਰ ਪਰ ਸੈਕਿੰਡ ਸਕੁਅਰ। ਇਹ ਤਾਂ ਹੈ ਹੀ ਹੈ ਨਾ ਬੇਟਾ। ਸੋ ਜੇ ਤੁਹਾਨੂੰ ਇਹ ਵੀ ਆ ਗਿਆ ਨਾ ਨਿਊਟਨ ਪਰ ਕਿਲੋਗ੍ਰਾਮ ਹੈ, ਤਾਂ ਕਨਫਿਊਜ਼ ਨਹੀਂ ਹੋਣਾ, ਆਪਣੇ ਦਿਮਾਗ 'ਚ ਰਿਲੇਸ਼ਨ ਲੈ ਆਈਓ, ਉਹ ਵੀ ਠੀਕ ਹੈ ਬੇਟਾ। ठीक है राजे। चलो नेक्स्ट है बेटा, ये डायमेंशंस किस तरह कढ़ने हैं, वो भी इसे रिलेशन तो कढ़ांगे। g इज इक्वल टू f अपॉन m है। सो f के डायमेंशन मेरे सारे बच्चों को पता है mlt -2 और m के डायमेंशन m-1 हो जाएगा क्योंकि m नीचे है ना बेटे। हुण देखो m ते m कैंसल हो जाने हैं, तुहाडे को की बचेगा lt -2। यही होंगे ना बेटे एक्सेलरेशन के डायमेंशन है, तो राजे ये एक्सेलरेशन ही है, ठीक है बेटा। सो एक्सेलरेशन वाले यूनिट्स है, एक्सेलरेशन वाले ही डायमेंशन है। ये जिहड़े मैं तुहानूं यूनिट करवाए है, ये मैं सिर्फ ऑप्शनल क्वेश्चन कई बार कन्फ्यूजन वास्ते पा दिंदे आ, अदरवाइज जो तुहानूं यूनिट ते डायमेंशन पूछे जाणगे तुसीं यही लिख के आने, ठीक है बेटा। नैक्सट है बेटा इसकी वैल्यू कितनी होंदी है, असीं न्यूमेरिकल्स बहुत बार यूज करते हैं। कई बार तो सानूं दिता हुंदा है कि g इज इक्वल टू 10 मीटर पर सैकेंड स्क्वेयर है, फिर तो चलो होर गल है। अगर नहीं वैल्यू दिती दैन यू हैव टू यूज g इज इक्वल टू 9.8 मीटर पर सैकेंड स्क्वेयर, ठीक है बेटा। ये वैल्यू साडे कोल पहलां तो है, लिख लिया सारे बच्चों ने, शाबाश। नैक्सट है बेटा रिलेशन बिटवीन स्मॉल g एंड कैपिटल G। इनू वेरी इंपोर्टेंट लिख लो मेरे बच्चे, क्योंकि दो जीज दे विच कन्फ्यूज नहीं होना है ना। एक तो सानू पता है कि यूनीवर्सल ग्रेविटेशनल कांस्टेंट है, दूसरा एक्सेलरेशन ड्यू टू ग्रेविटी है। सो असी की करांगे हुण इन्हां दे विच रिलेशन ड्राइव करना है। सब तो पहलां तुसीं अर्थ दा मास सपोज कर लो कैपिटल M असी लै रहे हैं, रेडियस कैपिटल R लै रहे हैं, पूरी अर्थ दा, ठीक है बेटा। इफ अ बॉडी ऑफ मास m इज प्लेस्ड एट द सरफेस ऑफ अर्थ, हुण तुसीं अपने दिमाग 'च एक फुटबॉल कंसीडर कर लो। फुटबॉल की सरफेस के उपर तुसीं कोई मास रखा हुआ है, ठीक है, फुटबॉल अर्थ है। जिहड़ा तुसीं छोटा जिहा कोई पत्थर रख दिता फुटबॉल के उपर, दैट इज मास जिहड़ा असीं यूज कर रहे हैं। हुण ग्रेविटी पुल जिहड़ी कितनी होएगी, दैट यू नो वेरी वेल, f इज इक्वल टू mg होएगी, ठीक है, क्योंकि अर्थ ने g एक्सेलरेशन यूज करनी है। सो फोर्स ऑफ ग्रेविटेशन अकॉर्डिंग टू न्यूटन, न्यूटन ने जिहड़ा सानूं लॉ दिता सी उहदे अकॉर्डिंग फोर्स कितनी आनी चाहिए है, g स्मॉल m कैपिटल M अपॉन r स्क्वायर,
ठीक है ना बेटा। ਹੁਣ ਇਕੁਏਸ਼ਨ 1 ਤੇ 2 ਤੋਂ ਤੁਹਾਨੂੰ ਕੀ ਮਿਲੇਗਾ, ਦੋਨੋਂ ਫੋਰਸਿਸ ਨੂੰ ਇਕੁਏਟ ਕਰ ਲਓ। ठीक है राजे, इस तो तुसी g ਦੀ वैल्यू निकाल सकते हो। g m ਤੇ m कैंसल हो जाने, g m अपॉन r स्क्वायर आ गया। क्लियर है बेटा, ये रिलेशन अपने दिमाग च रख, इनू लिख लो, वेरी इंपॉर्टेंट रिलेशन। ठीक है, इनू ਇਹਦੇ ਵਿੱਚ वैल्यूज देखो सारियां कांस्टेंट है, g ਦੀ वैल्यू पता है, अर्थ ਦਾ मास पता है, अर्थ ਦਾ रेडियस पता है, सारियां वैल्यूज पुट करूंगे तो 9.8 मीटर पर सेकंड स्क्वायर आएगा। ठीक है राजे, सो रिलेशन ये निकलदा है कैपिटल जी ਤੇ स्मॉल जी ਦੇ ਵਿੱਚ। कर लिया नोट सारियां ने, चल ਨੈਕਸਟ ਹੈ ਬੇਟਾ ਇਫੈਕਟ ਆਫ ਹਾਈਟ ਔਨ ਜੀ। ਹੁਣ ਜਿਹੜੇ ਮੈਂ ਤੁਹਾਨੂੰ ਕਹਿ ਰਹੀ ਸੀ ਨਾ, ਇਸ ਯੂਨਿਟ ਦੇ ਵਿੱਚੋਂ 3 ਨੰਬਰ ਦੇ 2 ਆਰਟੀਕਲਸ ਬਣਦੇ ਨੇ, ਜਾਂ ਤਾਂ ਇਫੈਕਟ ਆਫ ਹਾਈਟ ਆਏਗਾ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਤੇ, ਜਾਂ ਫਿਰ ਇਫੈਕਟ ਆਫ ਡੈਪਥ ਆਏਗਾ। ਅਸੀਂ ਪਹਿਲਾਂ ਇਫੈਕਟ ਆਫ ਹਾਈਟ ਕਰਾਂਗੇ, ਜਾਂ ਤੁਸੀਂ ਇਫੈਕਟ ਆਫ ਐਲਟੀਟਿਊਡ ਵੀ ਕਹਿ ਸਕਦੇ ਹੋ। ਠੀਕ ਹੈ ਬੇਟਾ, ਹੁਣ ਤੁਸੀਂ ਕੀ ਕਰਨਾ, ਫਿਰ ਤੁਸੀਂ ਆਪਣੇ ਦਿਮਾਗ 'ਚ ਅਰਥ ਨੂੰ ਕੰਸੀਡਰ ਕਰ ਲਓ, ਉਹਦਾ ਮਾਸ m ਹੈ, ਰੇਡੀਅਸ r ਹੈ, ਉਹਦਾ ਸੈਂਟਰ o ਹੈ। ਠੀਕ ਹੈ ਬੇਟਾ, एट द सरफेस ऑफ अर्थ ਅਸੀਂ ਕੱਢ ਚੁੱਕੇ ਹਾਂ, स्मॉल जी ਦੀ वैल्यू ਇੰਨੀ ਆਉਂਦੀ ਹੈ। ਇਹਨੂੰ ਯਾਦ ਰੱਖਣਾ ਮੇਰੇ ਰਾਜੇ। ਠੀਕ ਹੈ, ਸਰਫੇਸ ਆਫ अर्थ ਤੇ g is equal to gm upon r square ਹੈ। ਹੁਣ ਅਸੀਂ ਹਾਈਟ ਤੇ ਸਪੋਜ਼ ਕਰਨਾ ਹੈ। ਸਪੋਜ਼ ਕਰ ਲਓ ਅਸੀਂ अर्थ ਦੀ ਸਰਫੇਸ ਤੋਂ h ਹਾਈਟ ਤੇ ਮੂਵ ਕਰ ਗਏ। ਠੀਕ ਹੈ, we move at height h from the surface of अर्थ। ਉੱਥੇ ਐਕਸਲਰੇਸ਼ਨ ਨੂੰ ਅਸੀਂ g ਡੈਸ਼ ਦੇ ਨਾਲ ਨੋਟ ਕਰ ਰਹੇ ਹਾਂ। ਹੁਣ ਜਦੋਂ ਤੁਸੀਂ अर्थ ਤੋਂ ਉੱਪਰ ਚਲੇ ਗਏ, ਸਰਫੇਸ ਤੋਂ ਉੱਪਰ ਜਾ ਰਹੇ ਹੋ, ਠੀਕ ਹੈ, ਜਦੋਂ ਅਸੀਂ ਉੱਪਰ ਜਾ ਰਹੇ ਹਾਂ ਤਾਂ ਕੀ ਫਰਕ ਪੈ ਰਿਹਾ ਹੈ, ਦੇਖੋ ਜੀ ਫਾਰਮੂਲਾ ਸੀ ਇਸ ਹਿਸਾਬ ਨਾਲ ਡਰਾਈਵ ਕਰਨਾ, ਮਾਸ ਤਾਂ ਅਰਥ ਦਾ ਉਹੀ ਰਹੇਗਾ, ਸਾਰੀ ਅਰਥ ਹੀ ਖਿੱਚ ਰਹੀ ਹੈ ਉਸਨੂੰ ਆਪਣੇ ਵੱਲ। ਠੀਕ ਹੈ ਨਾ ਬੇਟਾ, ਲੇਕਿਨ r ਜਿਹੜਾ ਹੈ ਉਹ ਚੇਂਜ ਹੋ ਜਾਏਗਾ। ਹੁਣ ਜਿਹੜਾ ਡਿਸਟੈਂਸ ਹੈ ਉਹ ਚੇਂਜ ਹੋਏਗਾ, ਉਹ ਕਿੰਨਾ ਬਣ ਜਾਏਗਾ, r plus h, ਜਿੰਨੀ ਅਸੀਂ ਹਾਈਟ ਲਈ ਹੈ। ਅਰਥ ਦੇ ਸੈਂਟਰ ਤੋਂ ਸਰਫੇਸ ਤੱਕ ਡਿਸਟੈਂਸ ਹੋਏਗਾ r। ਓਕੇ, ਉੱਪਰ ਜਿਹੜਾ ਡਿਸਟੈਂਸ ਚਲਾ ਗਿਆ ਉਹ h, ਸੋ r ਨੂੰ ਅਸੀਂ r plus h ਦੇ ਨਾਲ ਰਿਪਲੇਸ ਕਰ ਦੇਣਾ, ਇਹਦਾ ਸਕੁਆਇਰ ਆ ਗਿਆ। ਹੁਣ ਇਹਨਾਂ ਦੋਨੋਂ ਇਕੁਏਸ਼ਨਸ ਨੂੰ ਬੇਟਾ ਡਿਵਾਈਡ ਕਰ ਲਓ, ਕਿਉਂਕਿ ਅਸੀਂ g ਡੈਸ਼ ਤੇ g ਦੇ ਵਿੱਚ ਰਿਲੇਸ਼ਨ ਫਾਈਂਡ ਆਊਟ ਕਰਨਾ ਹੈ। ਜਦੋਂ ਤੁਸੀਂ ਇਹਨਾਂ ਨੂੰ ਡਿਵਾਈਡ ਕਰੋਗੇ ਤੁਹਾਡੇ ਕੋਲ ਆ ਚੀਜ਼ ਆ ਜਾਏਗੀ। ਠੀਕ ਹੈ ਬੇਟੇ, ਹੁਣ ਤੁਸੀਂ ਕਨਫਿਊਜ਼ ਨਹੀਂ ਹੋਣਾ, ਸਿਰਫ ਮੈਥਮੈਟੀਕਲ ਫਾਰਮੂਲੇ ਹੀ ਯੂਜ਼ ਕੀਤੇ ਆ ਮੈਂ। ਦੇਖੋ r plus h ਨੂੰ ਮੈਂ ਉੱਪਰ ਲੈ ਗਈ, r ਨੂੰ ਨੀਚੇ ਲੈ ਗਈ, ਤਾਂ ਮੈਂ ਪਾਵਰ -2 ਕਰ ਦਿੱਤੀ, ਕੋਈ ਫਰਕ ਨਹੀਂ ਨਾ ਪਿਆ। ਇਹਨੂੰ ਫਿਰ ਅਸੀਂ ਇਕੱਲੇ ਇਕੱਲੇ ਦੇ ਵੱਟਾ ਕਰ ਦਿੱਤਾ, r ਨੂੰ 1 plus h upon r ਆ ਗਿਆ, ਪਾਵਰ ਆ ਗਈ -2, ਕਿਉਂਕਿ ਅਸੀਂ ਬਾਇਨੋਮੀਅਲ ਥਿਊਰਮ ਲਗਾਣੀ ਸੀ। ਹੁਣ ਅਸੀਂ ਬਾਇਨੋਮੀਅਲ ਥਿਊਰਮ ਲਗਾਵਾਂਗੇ, h upon r ਜਿਹੜਾ ਹੈ ਉਹ ਬਹੁਤ ਘੱਟ ਹੈ, ਮਤਲਬ ਅਸੀਂ ਸਪੋਜ਼ ਕਰਕੇ ਚੱਲਦੇ ਹਾਂ ਕਿ ਜਿਹੜੀ ਹਾਈਟ ਤੇ ਆਪਾਂ ਬੈਠੇ ਹਾਂ ਉਹ ਅਰਥ ਦੇ ਰੇਡੀਅਸ ਨਾਲੋਂ ਬਹੁਤ ਛੋਟੀ ਹੈ, ਸੋ ਉਹਦੀਆਂ ਹਾਇਰ ਪਾਰਟਸ ਨੂੰ ਅਸੀਂ ਨਿਗਲੈਕਟ ਕਰ ਦੇਣਾ ਹੈ। ਬਾਇਨੋਮੀਅਲ ਥਿਊਰਮ ਸਿਰਫ 2 ਪੋਜੀਸ਼ਨਸ ਤੱਕ ਲਗਾਣੀ ਹੈ, then we get g dash upon g is equal to, ਪਤਾ ਹੈ ਨਾ ਬਾਇਨੋਮੀਅਲ ਚ ਪਾਵਰ ਅੱਗੇ ਅੱਗੇ ਮਲਟੀਪਲਾਈ ਹੋ ਜਾਏਗੀ, ਬਸ ਤੁਸੀਂ ਇਹੀ ਸਟੈਪ ਯਾਦ ਰੱਖਣਾ ਹੈ। -2h upon r ਹੋ ਗਿਆ। ਹੁਣ ਇਸ ਤੋਂ ਕਲੀਅਰ ਹੈ ਕਿ ਜਿਹੜਾ g ਡੈਸ਼ ਹੈ ਉਹ g ਨਾਲੋਂ ਘੱਟ ਹੋਏਗਾ। ਠੀਕ ਹੈ, ਕਿਉਂਕਿ 1 ਚੋਂ ਕੁਝ ਮਾਈਨਸ ਕਰ ਦਿੱਤਾ ਨਾ ਬੇਟਾ, ਸੋ g ਡੈਸ਼ ਇਜ਼ ਲੈਸ ਦੈਨ g। ਤੁਹਾਨੂੰ ਕਈ ਵਾਰ ਇੱਕ ਨੰਬਰ 'ਚ ਕੁਐਸਚਨ ਆਏਗਾ ਕਿ ਤੁਸੀਂ ਜਦੋਂ ਹਾਈਟ ਤੇ ਜਾ ਰਹੇ ਹੋ ਉਸ ਟਾਈਮ ਤੇ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਜਿਹੜੀ ਹੈ ਉਹ ਵਧੇਗੀ ਜਾਂ ਘਟੇਗੀ। ਠੀਕ ਹੈ ਰਾਜੀ, ਤੁਸੀਂ ਯਾਦ ਰੱਖਣਾ ਹੈ ਕਿ ਜਿਹੜੀ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਉਹ ਸਰਫੇਸ ਤੇ ਹੀ ਸਭ ਤੋਂ ਜ਼ਿਆਦਾ ਹੁੰਦੀ ਹੈ, ਉੱਪਰ ਚਲ ਜਾਓ ਨੀਚੇ ਚਲ ਜਾਓ ਉਹਨੇ ਘਟਣਾ ਹੀ। ਠੀਕ ਹੈ ਬੇਟਾ, ਨੈਕਸਟ ਹੈ ਰਾਜੇ ਇਫੈਕਟ ਆਫ ਡੈਪਥ ਔਨ ਜੀ। ਹੁਣ ਡੈਪਥ ਦਾ ਕੀ ਇਫੈਕਟ ਪੈਂਦਾ ਹੈ, ਫਿਰ ਤੁਸੀਂ ਉਹੀ ਅਰਥ ਆਪਣੀ ਕੰਸੀਡਰ ਕਰੋ, ਕਿਉਂਕਿ ਤੁਹਾਨੂੰ ਅਲੱਗ-ਅਲੱਗ ਆਣਾ ਨਾ ਬੇਟੇ, ਮੈਂ ਇਸ ਕਰਕੇ 2 ਵਾਰੀ ਲਿਖੇ ਤਾਂ ਕਿ ਮੇਰੇ ਬੱਚੇ ਕਨਫਿਊਜ਼ ਨਾ ਹੋ ਜਾਣ ਕਿ ਅਸੀਂ ਕਿੱਥੋਂ ਸ਼ੁਰੂ ਕਰਨਾ ਹੈ। ਤੁਸੀਂ ਇਹ ਸਾਰਾ ਕੁਝ ਉੱਦਾਂ ਹੀ ਲਿਖਣਾ ਹੈ ਜਿੱਦਾਂ ਪਹਿਲੇ 'ਚ ਲਿਖਿਆ ਸੀ। ਹੁਣ ਇਸ ਕੇਸ ਦੇ ਵਿੱਚ, ਡੈਪਥ ਵਾਲੇ ਕੇਸ ਦੇ ਵਿੱਚ ਚੇਂਜ ਕੀ ਹੈ ਬੇਟਾ, ਉਸ ਕੇਸ ਦੇ ਵਿੱਚ ਮਾਸ m ਰਿਹਾ ਸੀ, ਕਿਉਂਕਿ ਪੂਰੇ ਦਾ ਪੂਰਾ ਫੁੱਟਬਾਲ, ਪੂਰੇ ਦੀ ਪੂਰੀ ਅਰਥ ਉਹ ਖਿੱਚ ਰਹੀ ਸੀ ਉਸ ਮਾਸ ਨੂੰ ਆਪਣੇ ਵੱਲ, ਚਾਹੇ ਉਹ ਹਾਈਟ ਤੇ ਸੀ। ਹੁਣ ਮਾਸ ਅਸੀਂ ਅੰਦਰ ਲੈਣਾ ਹੈ, ਫੁੱਟਬਾਲ ਦੇ ਅੰਦਰ। ਹੁਣ ਜਿਹੜਾ ਉਹ ਰੇਡੀਅਸ ਆਏਗਾ ਜਿਹਨੇ ਉਹਨੂੰ ਖਿੱਚਣਾ ਹੈ, ਉਹ ਪੋਰਸ਼ਨ ਜਿਹੜਾ ਆਏਗਾ ਉਹਦਾ ਮਾਸ ਘਟ ਜਾਏਗਾ। ਠੀਕ ਹੈ, ਹੁਣ ਮਾਸ ਅਸੀਂ ਕਿੱਦਾਂ ਕੱਢਣਾ ਹੈ, ਉਹਦੇ ਲਈ ਸਾਨੂੰ ਇੱਕ ਚੀਜ਼ ਇਸ ਡੈਪਥ ਵਾਲੇ ਕੇਸ 'ਚ ਨਵੀਂ ਇੰਟਰੋਡਿਊਸ ਕਰਨੀ ਪੈਣੀ ਹੈ, ਦੈਟ ਇਜ਼ ਡੈਂਸਿਟੀ, ਜਿਹੜੀ ਆਪਾਂ ਪਹਿਲਾਂ ਨਹੀਂ ਕੀਤੀ ਸੀ। ਆਪਾਂ ਮੰਨ ਲਿਆ ਕਿ ਅਰਥ ਦੇ ਮਟੀਰੀਅਲ ਦੀ ਡੈਂਸਿਟੀ ਰੋ ਹੈ। ਡੈਂਸਿਟੀ ਦਾ ਫਾਰਮੂਲਾ ਹੁੰਦਾ ਬੇਟੇ ਮਾਸ ਅਪੋਨ ਵੋਲਿਊਮ। ਠੀਕ ਹੈ, ਡੈਂਸਿਟੀ ਨਹੀਂ ਚੇਂਜ ਹੁੰਦੀ, ਜਿਹੜੇ ਮਟੀਰੀਅਲ ਤੋਂ ਕੋਈ ਚੀਜ਼ ਬਣੀ ਉਹ ਡੈਂਸਿਟੀ ਨਹੀਂ ਚੇਂਜ ਹੋਣੀ, ਵੋਲਿਊਮ ਜਿੰਨਾ ਮਰਜ਼ੀ ਚੇਂਜ ਹੋਈ ਜਾਵੇ। ਠੀਕ ਹੈ ਬੇਟਾ, ਸੋ m is equal to ਵੋਲਿਊਮ ਇੰਟੂ ਰੋ ਆ ਗਿਆ। ਠੀਕ ਹੈ, ਇਹਨੂੰ ਇੱਥੇ ਪੁੱਟ ਕਰ ਦਿਓ, ਪਹਿਲਾਂ ਤਾਂ g ਕੱਢ ਲਓ ਕਿੰਨੀ ਆ ਗਈ, ਹੋ ਗਈ ਨੰਬਰ 1 ਇਕੁਏਸ਼ਨ। ਸਾਰੇ ਬੱਚੇ ਦੇਖ ਕੇ ਪੁੱਟ ਕਰ ਲਓ ਤੇ ਨੰਬਰ 1 ਨਾਮ ਰੱਖ ਲਓ। ਨੈਕਸਟ ਬੇਟਾ, ਹੁਣ ਜਦੋਂ ਤੁਸੀਂ ਡੈਪਥ d ਤੇ ਚਲੇ ਗਏ, ਉਸ ਟਾਈਮ ਤੇ ਤੁਹਾਡੀ ਜਿਹੜੀ g ਡੈਸ਼ ਹੈ ਉਹਦੇ 'ਚ m ਡੈਸ਼ ਤਾਂ ਚੇਂਜ ਹੋਇਆ ਹੈ ਨਾ, m ਵੀ ਚੇਂਜ ਹੋ ਗਿਆ ਸੀ, ਉਹਦਾ ਨਾਮ m ਡੈਸ਼ ਰੱਖ ਲਿਆ। ਤੇ ਜਿਹੜਾ ਤੁਹਾਡਾ ਰੇਡੀਅਸ ਹੈ
ਹੁਣ ਜਿਹੜਾ ਅਰਥ ਦੇ ਅੰਦਰ ਵਾਲਾ ਹਿੱਸਾ ਜਿਹੜਾ ਉਹਨੂੰ ਖਿੱਚ ਰਿਹਾ ਹੈ ਉਹ ਵੀ ਚੇਂਜ ਹੋ ਗਿਆ, r ਮਾਈਨਸ ਡੀ ਹੋਲ ਸਕੁਅਰ ਆ ਗਿਆ। ਠੀਕ ਹੈ ਬੇਟੇ, ਹੁਣ ਇੱਦਾਂ ਹੀ ਤੁਸੀਂ m ਡੈਸ਼ ਕੱਢ ਲਓ, m ਡੈਸ਼ ਕੱਢੋਗੇ ਤਾਂ ਫਿਰ ਉਹੀ ਵੋਲਿਊਮ ਛੋਟੇ ਸਫੀਅਰ ਦਾ ਇਨਟੂ ਡੈਂਸਿਟੀ ਆ ਗਈ, ਇਹਦੀ ਵੈਲਿਊ ਪੁੱਟ ਕਰੋ, ਤੁਹਾਡੇ ਕੋਲ g ਡੈਸ਼ ਆ ਜਾਏਗਾ। ਫਿਰ ਉਹੀ g ਡੈਸ਼ ਅਪੋਨ g ਕਰੋਗੇ ਬੇਟਾ ਤਾਂ ਤੁਹਾਡੇ ਕੋਲ ਸਾਰੀਆਂ ਟਰਮਸ ਕੈਂਸਲ ਹੋ ਜਾਣੀਆਂ, r ਮਾਈਨਸ ਡੀ ਅਪੋਨ r ਆਏਗਾ, r ਅਪੋਨ r ਕਰੋਗੇ 1 ਮਾਈਨਸ ਡੀ ਅਪੋਨ r। ਅਗੇਨ ਡੈਪਥ ਜਿਹੜੀ ਹੈ ਉਹ r ਤੋਂ ਛੋਟੀ ਹੈ ਨਾ, ਸੋ ਇਹ ਜਿਹੜੀ ਟਰਮ ਹੈ g ਡੈਸ਼ ਅਪੋਨ g ਲੈਸ ਦੈਨ 1 ਆਏਗੀ, g ਅਗਰ ਲੈਸ ਦੈਨ 1 ਹੈ ਤਾਂ ਇਹਦਾ ਮਤਲਬ g ਡੈਸ਼ ਜਿਹੜੀ ਹੈ ਉਹ g ਤੋਂ ਛੋਟੀ ਹੋਏਗੀ। ਇਹਦਾ ਮਤਲਬ ਜਿਹੜੀ ਤੁਹਾਡੀ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਉਹ ਡੈਪਥ ਜਾਂ ਹਾਈਟ ਕਿਸੇ ਦੇ ਨਾਲ ਵੀ ਜੇ ਆਪਾਂ ਮੈਜਰ ਕਰੀਏ ਤਾਂ ਉਹ ਡਿਕਰੀਜ਼ ਹੋਏਗੀ। ਠੀਕ ਹੈ ਰਾਜੇ, ਉਮੀਦ ਕਰਦੀ ਹਾਂ ਕਿ ਮੇਰੇ ਬੱਚਿਆਂ ਨੂੰ 3-3 ਨੰਬਰ ਦੇ ਆਰਟੀਕਲ ਚੰਗੀ ਤਰ੍ਹਾਂ ਰੱਟ ਜਾਣਗੇ। ਬਹੁਤ ਅੱਛੀ ਤਰ੍ਹਾਂ ਕਰੋ ਇਹਨਾਂ ਨੂੰ ਮੇਰੇ ਰਾਜੇ। ਠੀਕ ਹੈ, ਨੋਟ ਤੁਹਾਡੇ ਕੋਲ ਹੈਗੇ ਆ, ਕਿਸੇ ਬੱਚੇ ਕੋਲ ਨਹੀਂ ਹੈ ਤਾਂ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸੋ, ਮੈਂ ਕਿਸੇ ਤਰ੍ਹਾਂ ਵੀ ਪ੍ਰੋਵਾਈਡ ਕਰਵਾਉਂਗੀ ਤੁਹਾਨੂੰ। ਵੈਸੇ ਮੈਨੂੰ ਲੱਗਦਾ ਮੇਰੇ ਸਾਰੇ ਬੱਚਿਆਂ ਕੋਲ ਹੈਗੀ। ਠੀਕ ਹੈ ਬੇਟਾ, ਓਕੇ, ਥੈਂਕ ਯੂ, ਹੈਵ ਅ ਨਾਈਸ ਡੇ।